1947 ਤੋਂ ਪਹਿਲੇ ਇੱਥੇ ਸਿਰਕੀਆਂ ਬੰਦੀਆਂ ਸੀ। काफ़ी तादाद से मुस्लिम सिरकियाँ बनाते सी। देखो जी, ये जो बाज़ार है इसके अंदर जो है सन 47 से पहले का जो इतिहास है और ये भाईचारा का बहुत ही एक जो है माना हुआ जो है एरिया है। अपने बुजुर्ग ਜਿਹੜੇ ਇੱਥੇ ਰਹਿੰਦੇ ਸੀ ਪਹਿਲੇ ਉੱਥੇ ਇਹੀ ਸਾਨੂੰ ਦੱਸਦੇ ਸੀ ਕਿ ਇੱਥੇ ਬੜਾ ਆਪਸ ਵਿੱਚ ਪਿਆਰ ਸੀ। ਉਹ ਲੋਕ ਆਪਸ ਵਿੱਚ ਈਦ ਨੂੰ, ਦੀਵਾਲੀ ਨੂੰ, ਹੋਰ ਐਸੇ ਜਿਹੜੇ ਫੈਸਟੀਵਲ ਹੁੰਦੇ ਸੀ ਆਪਸ ਵਿੱਚ ਲੈਣ ਦੇਣ ਬਹੁਤ ਕਰਦੇ ਸੀ। ਬਹੁਤ ਪਿਆਰ ਸੀ ਉਹਨਾਂ ਦਾ। ਬਹੁਤ ਪੁਰਾਣਾ ਇਤਿਹਾਸ ਹੈ। ਇੱਥੇ ਮੌਲਾ ਬਖਸ਼ ਸਾਬਨ ਵਾਲੇ ਰਹਿੰਦੇ ਸੀ। ਉਹਨਾਂ ਦਾ ਸਾਬਨ ਬਹੁਤ ਮਸ਼ਹੂਰ ਸੀ ਤੇ ਉਹ ਥੱਲੇ ਦੁਕਾਨ ਸੀ ਤੇ ਉਹਨਾਂ ਦਾ ਮਕਾਨ ਸੀ। ਉਹਨਾਂ ਨੇ ਹੀ ਮਸਜਿਦ ਆਬਾਦ ਕਰਾਈ ਸੀ। ਇੱਥੇ ਕਸ਼ਮੀਰੀ ਕਮ ਸੇ ਕਮ 200-250 ਕਸ਼ਮੀਰੀ ਹੁੰਦਾ ਸੀ ਇਹ ਬਾਜ਼ਾਰ 'ਚ। 200-250 ਕਸ਼ਮੀਰੀ? ਹਾਂ, ਦੁਕਾਨ ਇੱਕ ਦੁਕਾਨ ਤੇ 8-8 10 ਬੰਦੇ ਕੰਮ ਕਰਦੇ ਸੀ, 15-15 ਬੰਦੇ, ਕਿਉਂਕਿ ਉਹ ਸ਼ਾਲ ਪਸ਼ਮੀਨਾ ਵੇਚਦੇ ਸੀ ਔਰ ਉਹ ਤਿੱਲੇ ਦੀ ਕਢਾਈ ਦੀ ਸ਼ਾਲਾਂ ਦਾ ਕੰਮ ਕਰਦੇ ਸੀ। ਅੰਮ੍ਰਿਤਸਰ ਸਾਹਿਬ ਇੱਕ ਇਤਿਹਾਸ ਦੇ ਨਾਲ ਜੁੜਿਆ ਹੈ ਤੇ ਅੱਜ ਅੰਮ੍ਰਿਤਸਰ ਦੀ ਇੱਕ ਐਸੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਹੋਏਗੀ। ਇੱਕ ਐਸੀ ਕਹਾਣੀ ਜੋ ਕਿ ਇਤਿਹਾਸ ਦੇ ਪੰਨਿਆਂ 'ਚ ਕਿਤੇ ਨਾ ਕਿਤੇ ਦਬਦੀ ਨਜ਼ਰ ਆ ਰਹੀ ਹੈ। ਜੀ ਹਾਂ, ਅਸੀਂ ਅੱਜ ਅੰਮ੍ਰਿਤਸਰ ਦੇ ਉਸ ਬਾਜ਼ਾਰ ਦੀ ਗੱਲ ਕਰ ਰਹੇ ਹਾਂ ਜਿਸ ਬਾਜ਼ਾਰ ਨੂੰ ਵਸਾਇਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ। ਤਾਂ ਉਸ ਤੋਂ ਬਾਅਦ ਇੱਥੇ ਮੁਸਲਿਮ ਕਾਰੀਗਰ ਲਿਆਏ ਗਏ ਸਨ ਤਾਂ ਵੱਡੇ ਪੱਧਰ ਦੇ ਉੱਤੇ ਇੱਥੇ ਕੰਮ ਹੁੰਦਾ ਸੀ, ਲੇਕਿਨ ਸਮਾਂ ਬਦਲਿਆ ਔਰ ਅੱਜ ਕੁਝ ਅਲੱਗ ਹੈ ਕਿ ਇੱਥੇ ਉਹ ਮੁਸਲਿਮ ਕਾਰੀਗਰ ਸਾਰੇ ਖਤਮ ਹੋਣ ਦੀ ਕਗਾਰ 'ਚ ਨੇ ਔਰ ਮਹਿਜ ਇੱਕਾ ਦੁੱਕਾ ਲੋਕ ਹੀ ਰਹਿ ਚੁੱਕੇ ਨੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਬਾਜ਼ਾਰ ਸਿਰਕੀ ਬੰਦਾ ਦੀ। ਤਾਂ ਸਿਰਕੀ ਬੰਦਾ ਬਾਜ਼ਾਰ ਅੰਮ੍ਰਿਤਸਰ ਦੇ ਖਿਡੌਣੇ ਵਾਲੇ ਬਾਜ਼ਾਰ ਦੇ ਨਾਲ ਹੈ। ਤਾਂ ਉੱਥੇ ਜਿਹੜੇ ਨੇ ਕੁਝ ਪਰਿਵਾਰ ਜਿਹੜੇ ਨੇ ਆਏ ਸੀ ਜਿਹੜੇ ਕਿ ਮੁਸਲਿਮ ਸੀ, ਉਹਨਾਂ ਨੂੰ ਉਸ ਵੇਲੇ ਵਸਾਇਆ ਗਿਆ ਸੀ, ਲੇਕਿਨ ਅੱਜ ਇੱਥੇ ਟਾਵਾਂ ਪਰਿਵਾਰ ਹੀ ਬਚੇ ਨੇ। ਤਾਂ ਸਭ ਤੋਂ ਪਹਿਲੇ ਕੁਝ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖੋ, ਇਹ ਉਹ ਇੱਕ ਹਿਸਟੋਰਿਕ ਬਾਜ਼ਾਰ ਹੈ ਜਿਸ ਨੂੰ ਕਿ ਸਿਰਕੀ ਬੰਦਾ ਬਾਜ਼ਾਰ ਕਿਹਾ ਜਾਂਦਾ ਹੈ। ਤੇ ਇਸ ਬਾਜ਼ਾਰ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਇੱਕ ਮਸਜਿਦ ਵੀ ਹੈ, ਮਸਜਿਦ ਮੌਲਾ ਬਖਸ਼, ਅਤੇ ਇਸ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹ ਤਕਰੀਬਨ ਪਹਿਲਾਂ ਮੁਸਲਿਮ ਕਾਰੀਗਰ ਹੁੰਦੇ ਸਨ ਤਾਂ ਹੁਣ ਮਹਿਜ 1-2 ਲੋਕ ਹੀ ਬਚੇ ਨੇ ਜਿਹੜੇ ਇੱਥੇ ਬਚੇ ਹੋਣ, ਕਿਉਂਕਿ ਸਮਾਂ ਬਦਲਿਆ। ਲੇਕਿਨ ਇਸ ਬਾਜ਼ਾਰ ਦਾ ਇਤਿਹਾਸ ਜਿਹੜਾ ਹੈ ਉਹ ਆਪਣੇ ਆਪ 'ਚ ਬੜਾ ਵਡਮੁੱਲਾ ਹੈ। ਤਾਂ ਇੱਕ ਪਰਿਵਾਰ ਇਸ ਵੇਲੇ ਬਚੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਨਈਮ ਖਾਨ ਜੀ ਇਸ ਵੇਲੇ ਮੌਜੂਦ ਨੇ ਇੱਥੇ, ਜੋ ਕਿ ਇੱਥੇ ਕੰਮ ਕਰਦੇ ਨੇ, ਇੱਥੇ ਹੀ ਰਹਿੰਦੇ ਨੇ। ਤਾਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨ, ਉਹਨਾਂ ਦੀ ਦੁਕਾਨ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਡਰਾਈ ਕਲੀਨਿੰਗ ਦਾ ਕੰਮ ਕਰਦੇ ਨੇ, ਬਕਾਇਦਾ ਮੁਸਲਿਮ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ। ਤਾਂ ਉਹਨਾਂ ਕੋਲ ਅੱਜ ਅਸੀਂ ਇਸ ਇਤਿਹਾਸ ਦੇ ਬਾਰੇ ਜਾਣਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਇਸ ਬਾਜ਼ਾਰ ਦਾ ਕੀ ਇਤਿਹਾਸ ਹੈ, ਕਿਉਂਕਿ ਬਹੁਤ ਵੱਡਾ ਇਤਿਹਾਸ ਜਿਸ ਤਰ੍ਹਾਂ ਅਸੀਂ ਪੜ੍ਹਨ 'ਚ ਆਇਆ। 1947 ਤੋਂ ਪਹਿਲੇ ਇੱਥੇ ਸਿਰਕੀਆਂ ਬੰਦੀਆਂ ਸੀ। ਕਾफ़ी ਤਾਦਾਦ ਤੇ ਮੁਸਲਿਮ ਸਿਰਕੀਆਂ ਬਣਾਉਂਦੇ ਸੀ। ਮੁਸਲਿਮ, ਹਾਂ। ਜਿਸਲੇ ਪਾਰਟੀਸ਼ਨ ਹੋਇਆ ਉਹ ਕੁਝ ਪਾਕਿਸਤਾਨ ਚਲੇ ਗਏ, ਕੁਝ ਇੱਥੋਂ ਦੇ ਇੱਥੇ ਰਹਿ ਗਏ। ਉਹ ਅਲੱਗ-ਅਲੱਗ ਥਾਵਾਂ ਦੇ ਵਿੱਚ ਵੱਡੇ ਗਏ ਸਾਰੇ ਨੇ। ਫਿਰ ਉਹਦੇ ਬਾਅਦ ਸ਼ੁਰੂ ਤੋਂ ਨਵਾਂ ਵਸਿਆ, ਉਹ ਲੋਕ ਚਲੇ ਗਏ, ਫਿਰ ਹੋਰ ਆਏ, ਇਸ ਤਰ੍ਹਾਂ ਕਰਦੇ ਚਲੇ ਗਏ। ਅਸੀਂ ਸਾਨੂੰ 62 ਤੋਂ ਰਹਿੰਦੇ ਆ ਰਹੇ, ਮੇਰੇ ਫਾਦਰ ਸਾਹਿਬ ਇੱਥੇ। ਹਾਂਜੀ। ਤੇ ਇਹ ਮੁਸਲਿਮ ਬਾਜ਼ਾਰ ਕਿਉਂ ਕਿਹਾ? ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੀ ਗੱਲ ਕਰੀਏ, ਸਿਰਕੀ ਬੰਦਾ ਹੈ ਜੀ, ਮੁਸਲਿਮ ਬਾਜ਼ਾਰ ਤੇ ਨਹੀਂ, ਇਹ ਸਿਰਕੀਆਂ ਬੰਦਾ ਬਾਜ਼ਾਰ ਹੈ। ਬੜਾ ਮੇਲ ਜੋਲ ਆਪਸ ਵਿੱਚ ਰਹਿੰਦਾ ਸੀ 1947 ਤੋਂ ਪਹਿਲੇ। ਅਸੀਂ ਇਹੀ ਸੁਣਿਆ ਗਿਆ ਹੈ ਸਾਰਿਆਂ ਨੂੰ। ਆਪਣੇ ਬਜ਼ੁਰਗਾਂ ਜਿਹੜੇ ਇੱਥੇ ਰਹਿੰਦੇ ਸੀ ਪਹਿਲੇ ਉੱਥੇ ਇਹੀ ਸਾਨੂੰ ਦੱਸਦੇ ਸੀ ਕਿ ਇੱਥੇ ਬੜਾ ਆਪਸ ਵਿੱਚ ਪਿਆਰ ਸੀ। ਉਹ ਲੋਕ ਆਪਸ ਵਿੱਚ ਈਦ ਨੂੰ, ਦੀਵਾਲੀ ਨੂੰ, ਹੋਰ ਐਸੇ ਜਿਹੜੇ ਫੈਸਟੀਵਲ ਹੁੰਦੇ ਸੀ ਆਪਸ ਵਿੱਚ ਲੈਣ ਦੇਣ ਬਹੁਤ ਕਰਦੇ ਸੀ। ਬਹੁਤ ਪਿਆਰ ਸੀ ਉਹਨਾਂ ਦਾ। ਤਾਂ ਇੱਥੇ ਅੱਜ ਤੋਂ ਕੁਝ ਸਮਾਂ ਪਹਿਲੇ ਕਿੰਨੇ ਕੁ ਮੁਸਲਿਮ ਜਿਹੜੇ ਪਰਿਵਾਰ ਹੁੰਦੇ ਸੀ ਤੇ ਹੁਣ ਕਿੰਨੇ ਕੁ ਰਹਿ ਚੁੱਕੇ ਨੇ? ਇਹ ਬਾਰੇ ਮੈਨੂੰ ਨਹੀਂ ਪਤਾ। ਵੈਸੇ ਤੁਸੀਂ ਜਦੋਂ ਆਏ ਸੀ ਉਦੋਂ ਕਿੰਨੇ ਮੁਸਲਿਮ ਪਰਿਵਾਰ ਸੀ ਇੱਥੇ? ਮੁਸਲਿਮ ਪਰਿਵਾਰ ਹਮੇ 2 ਹੀ ਸੀ ਬਸ। ਇੱਕ ਅੱਗੇ ਮਸਜਿਦ ਹੈ, ਮਸਜਿਦ ਚਰਾਗੁਦੀਨ, ਇਸੇ ਲਾਈਨ ਦੇ ਵਿੱਚ ਅੱਗੇ ਜਾ ਕੇ ਉਹ ਉੱਪਰ ਰਹਿੰਦੇ ਸੀ, ਅਸੀਂ ਇਹਦੇ ਉੱਪਰ ਰਹਿੰਦੇ ਸੀ ਆਪਣੇ ਦੁਕਾਨ ਦੇ ਉੱਪਰ। ਤੇ ਹੋਰ ਵੀ ਜਿਹੜੇ ਇੱਥੇ ਕੰਮ ਕਰਨ ਵਾਸਤੇ ਆਉਂਦੇ ਸੀ? ਉਹਦਾ ਮੈਨੂੰ ਨਹੀਂ ਪਤਾ, ਸ਼ਾਇਦ ਆਪਣੇ ਘਰੋਂ ਹੀ ਆਉਂਦੇ ਹੋਣਗੇ ਇੱਥੇ ਮਜ਼ਦੂਰੀ ਕਰਨ ਵਾਸਤੇ। ਪਰ ਹੁਣ ਉਹ ਚਲੇ ਗਏ ਸਾਰੇ? ਸਾਰੇ ਚਲੇ ਗਏ। ਹੁਣ ਕਿੱਥੇ, ਇੰਨਾ ਪੁਰਾਣਾ ਅਰਸਾ ਹੋ ਗਿਆ ਹੁਣ ਤਾਂ। ਇਹ ਜਿਹੜਾ ਘਰ ਹੈ ਕਿਹਨਾਂ ਦਾ ਹੁੰਦਾ ਸੀ? ਜਿਹੜਾ ਇਹ ਘਰ ਮੌਲਾ ਬਖਸ਼ ਸਾਹਿਬ ਦਾ ਹੁੰਦਾ ਸੀ। ਅੱਛਾ, ਇਹ ਘਰ? ਹਾਂ। ਇੱਥੇ ਸਾਬਨ ਕੀ ਇਤਿਹਾਸ ਹੈ? ਇਹ ਬਹੁਤ ਪੁਰਾਣਾ ਇਤਿਹਾਸ ਹੈ। ਇੱਥੇ ਮੌਲਾ ਬਖਸ਼ ਸਾਬਨ ਵਾਲੇ ਰਹਿੰਦੇ ਸੀ। ਉਹਨਾਂ ਦਾ ਸਾਬਨ ਬਹੁਤ ਮਸ਼ਹੂਰ ਸੀ ਤੇ ਉਹ ਥੱਲੇ ਦੁਕਾਨ ਸੀ ਤੇ ਉਹਨਾਂ ਦਾ ਮਕਾਨ ਸੀ। ਉਹਨਾਂ ਨੇ ਇਹ ਮਸਜਿਦ ਆਬਾਦ ਕਰਾਈ ਸੀ। ਅੱਛਾ, ਮਸਜਿਦ ਆਬਾਦ ਕਰਾਈ। ਤੇ ਇਹਨਾਂ ਦਾ ਸਾਬਨ ਦੀ ਕੀ ਖੂਬਸੂਰਤੀ ਸੀ? ਇਹਨਾਂ ਦੇ ਸਾਬਨ ਇਹਨਾਂ ਦਾ ਬਹੁਤ ਅੱਛਾ ਸੀ, ਬਹੁਤ
ਸਾਫ ਸੂਫ ਕੱਪੜੇ ਕਰ ਦਿੰਦਾ ਸੀ, ਮਸ਼ਹੂਰ ਸੀ ਸਾਬਣ ਇਹਨਾਂ ਦਾ। ਅੱਛਾ ਜੀ। ਤਾਂ ਉਹਨਾਂ ਨੇ ਫਿਰ ਹੁਣ ਵੇਚ ਚਲੇ ਗਏ ਛੱਡ ਕੇ ਚਲੇ ਛੱਡ ਕੇ ਇਸ ਤਰ੍ਹਾਂ ਕਦੋਂ ਗਏ ਇੱਦਾਂ? ਉਹ 1947 ਚ ਚਲੇ ਗਏ। ਫਿਰ ਇੱਕ ਕਸਟੋਡੀਅਮ ਨੇ ਨੀਲਾਮ ਕਰਤਾ ਸੀ ਮਕਾਨ। ਅੱਛਾ, ਮਕਾਨ ਨੀਲਾਮ ਕਰਤਾ। ਤੇ ਇਹ ਸਾਰਾ ਬਾਜ਼ਾਰ ਨੀਲਾਮ ਕੀਤਾ ਗਿਆ ਤਕਰੀਬਨ? ਨਹੀਂ, ਇਹ ਸ਼ੌਪ ਦਾ ਮੈਨੂੰ ਪਤਾ, ਬਾਕੀ ਹੋਰ ਮੈਨੂੰ ਕੋਈ ਇਹਦੇ ਬਾਰੇ ਗਿਆਨ ਨਹੀਂ। ਤਾਂ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਜਿਨ੍ਹਾਂ ਦਾ ਪਹਿਲੇ ਫਿਰ ਉਹਦੇ ਬਾਅਦ ਇੱਥੇ ਕਸ਼ਮੀਰੀ ਆਏ। ਕਸ਼ਮੀਰੀ ਕਿੰਨੇ ਕੁ ਆਏ ਇੱਥੇ? ਕਸ਼ਮੀਰੀ ਇੱਥੇ 26-27 ਦੁਕਾਨਾਂ ਸੀ ਉਹਨਾਂ ਦੀਆਂ। ਜਿਹੜਾ ਟਾਈਮ ਦੇ ਨਾਲ ਉਹਨਾਂ ਦਾ ਕਾਰੋਬਾਰ ਖਤਮ ਹੁੰਦਾ ਗਿਆ। ਉਹ ਮਾਲਕਾਂ ਨੇ ਫਿਰ ਉਹਨਾਂ ਕੋਲੋਂ ਦੁਕਾਨਾਂ ਖਾਲੀ ਕਰਾ ਲਈਆਂ, ਕੁਝ ਪੈਸੇ ਪੂਸੇ ਦੇ ਕੇ, ਫਿਰ ਉਹ ਜਾ ਕੇ ਕਸ਼ਮੀਰੀ ਵਸ ਗਏ। ਕਸ਼ਮੀਰੀ ਕਿੰਨੇ ਕੁ ਹੁੰਦੇ ਸੀ ਇੱਥੇ? ਇੱਥੇ ਕਸ਼ਮੀਰੀ ਕਮ ਸੇ ਕਮ 200-250 ਕਸ਼ਮੀਰੀ ਹੁੰਦਾ ਸੀ ਇਹ ਬਾਜ਼ਾਰ 'ਚ। 200-250 ਕਸ਼ਮੀਰੀ? ਹਾਂ, ਇੱਕ ਦੁਕਾਨ ਤੇ 8-8 10-10 ਬੰਦੇ ਕੰਮ ਕਰਦੇ ਸੀ, 15-15 ਬੰਦੇ, ਕਿਉਂਕਿ ਉਹ ਸ਼ਾਲ ਪਸ਼ਮੀਨਾ ਵੇਚਦੇ ਸੀ ਔਰ ਉਹ ਤਿੱਲੇ ਦੀ ਕਢਾਈ ਦੀ ਸ਼ਾਲਾਂ ਦਾ ਕੰਮ ਕਰਦੇ ਸੀ। ਤੇ ਉਹ ਕਿੱਥੇ ਗਏ ਸਾਰੇ? ਉਹ ਸਾਰੇ ਕਸ਼ਮੀਰ ਚਲੇ ਗਏ ਨੇ। ਕਾਰਨ ਇਹ ਸੀ ਕਿ ਇੱਥੇ ਕਾਰੋਬਾਰ ਰਿਹਾ ਨਹੀਂ ਸੀ। ਉਹ ਫਿਰ ਲੋਕੀ ਸ਼ਾਲ ਫਿਰ ਲੈਣਾ, ਉਹਨਾਂ ਨੇ ਲੇਡੀਜ਼ ਨੇ ਸ਼ਾਲਾਂ ਲੈਣੀਆਂ ਬੰਦ ਕਰਤੀਆਂ। ਫਿਰ ਉਹ ਸਟਾਲ ਛੋਟੀ ਸ਼ਾਲ ਚੱਲ ਪਈ। ਅੱਛਾ, ਛੋਟੀ ਸਟਾਲ ਚੱਲ ਪਈ। ਤਾਂ ਇਹ ਬਾਜ਼ਾਰ ਜਿਹੜਾ ਹੈ ਇੱਕ ਵਿਰਾਸਤ ਦੇ ਨਾਲ ਜੁੜਿਆ? ਹਾਂ, ਬਹੁਤ ਪੁਰਾਣੀ ਕਹਾਣੀ ਵਿਰਾਸਤ ਨਾਲ ਜੁੜਿਆ ਰਿਹਾ ਬਾਜ਼ਾਰ ਸਿਰਕੀਆਂ ਬੰਦਾ। ਇੱਥੇ ਸਿਰਕੀਆਂ ਬੰਦੀਆਂ ਸੀ। ਤਾਂ ਹੁਣ ਕਿੰਨੇ ਕੁ ਮੁਸਲਿਮ ਪਰਿਵਾਰ ਰਹਿ ਗਏ ਜੀ ਇੱਥੇ? ਇੱਥੇ ਮੁਸਲਿਮ ਪਰਿਵਾਰ ਸਿਰਫ ਦੋ ਹੀ ਹੈ ਜੀ। ਇੱਕ ਤੁਸੀਂ? ਇੱਕ ਮੈਂ, ਇੱਕੋ ਮਸਜਿਦ ਦੇ ਉੱਪਰ ਰਹਿੰਦੇ ਹੈ ਤੇ ਇੱਕ ਮੌਲਾਨਾ ਸਾਹਿਬ ਮਸਜਿਦ ਦੇ। ਅੱਛਾ, ਮੌਲਾਨਾ ਸਾਹਿਬ ਜਿਹੜੇ ਮਸਜਿਦ 'ਚ ਇੱਥੇ ਆਬਾਦ 'ਚ ਸੇਵਾ ਕਰਦੇ। ਤੇ ਤੁਸੀਂ ਕੀ ਕਾਹਦਾ ਕੰਮ ਕਰਦੇ? ਮੈਂ ਡਰਾਈ ਕਲੀਨ ਦਾ ਕੰਮ ਕਰਦਾ ਜੀ, ਮੇਰਾ ਬਹੁਤ ਪੁਰਾਣਾ ਕੰਮ ਹੈ। ਅੱਛਾ, ਡਰਾਈ ਕਲੀਨ। ਤਾਂ ਤੁਹਾਨੂੰ ਦੁਕਾਨ ਦਿਖਾਉਂਦੇ ਆ। ਤਾਂ ਇਹ ਭਾਈ ਸਾਹਿਬ, ਇਹ ਉੱਪਰ ਕੀ ਲਿਖਿਆ ਹੈ ਜਿਹੜਾ ਮੁਸਲਿਮ ਦੇ? ਲਿਖਿਆ ਹੈ, ਕੀ ਲਿਖਿਆ? ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah। ਅੱਛਾ ਜੀ। ਇਹ ਪਹਿਲਾਂ ਹੀ ਲਿਖਿਆ ਗਿਆ ਸੀ? ਹਾਂਜੀ। ਬਿਲਕੁਲ। ਤਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖੋ ਕਿ ਇਹਨਾਂ ਦਾ ਕਾਰੋਬਾਰ ਹੈ। ਤਾਂ ਇਹ ਮੁਸਲਿਮ ਪਰਿਵਾਰ ਜਿਹੜੇ ਨੇ ਇੱਥੇ ਰਹਿੰਦੇ ਨੇ ਲੰਬੇ ਅਰਸੇ ਤੋਂ। ਤਾਂ ਇਹ ਤਸਵੀਰ ਇਸ ਇਤਿਹਾਸ ਬਾਰੇ ਤੁਹਾਨੂੰ ਸਾਂਝਾ ਕਰ ਰਹੇ ਹਾਂ। ਤੁਸੀਂ ਦੇਖੋ ਕਿ ਇਹ ਸਾਰੇ ਇੱਥੇ ਮੁਸਲਿਮ ਕਾਰੀਗਰ ਹੁੰਦੇ ਸਨ। ਤਾਂ ਵੱਡੇ ਪੱਧਰ ਦੇ ਉੱਤੇ ਇੱਥੇ ਜਿਹੜੇ ਮੁਸਲਮਾਨ ਆ ਕੇ ਵਸੇ ਸਨ। ਸਾਡੇ ਸਾਹਮਣੇ ਦੁਕਾਨ ਹੈ, ਇੱਥੇ 20-25 ਕਾਰੀਗਰ ਬੈਠੇ ਹੁੰਦੇ ਸੀ। ਅੱਛਾ ਜੀ, ਬਿਲਕੁਲ। ਹਾਂਜੀ, ਸਾਡੇ ਸਾਹਮਣੇ ਦੁਕਾਨ ਸੀ, ਇੱਥੇ 20-25 ਕਸ਼ਮੀਰੀ ਤਿੱਲੇ ਦੀ ਕਢਾਈ ਦਾ ਕੰਮ ਕਰਦੇ ਸੀ। ਹਾਂਜੀ। ਇਹ ਮੁਸਲਿਮ ਇੱਥੇ? ਹਾਂ। ਕਿੰਨੇ? 20-25 ਕਾਰੀਗਰ ਹੁੰਦੇ ਸੀ। ਇੱਕ ਲਾਈਨ ਤੇ 8 ਬੈਠੇ ਹੁੰਦੇ ਸੀ, ਇੱਕ ਲਾਈਨ ਤੇ 8 ਤੇ ਸਾਹਮਣੇ 6। ਅੱਛਾ। ਹਾਂ, ਸਾਰੀਆਂ ਤਕਰੀਬਨ 20-25 ਦੁਕਾਨਾਂ ਹੁੰਦੀਆਂ ਸੀ ਤੇ ਕਸ਼ਮੀਰੀਆਂ ਦੀ। ਅੱਛਾ, ਕਸ਼ਮੀਰੀਆਂ ਦੀ ਦੁਕਾਨਾਂ ਸੀ। ਤੇ 20-25 ਦੁਕਾਨਾਂ ਸਭ ਖਤਮ ਹੋ ਗਈਆਂ ਫਿਰ? ਹਾਂਜੀ। ਉਹ ਮਾਲਕਾਂ ਨੇ ਕੁਝ ਖਾਲੀ ਕਰਾ ਲਈਆਂ। ਜਦੋਂ ਕਾਰੋਬਾਰ ਉਹਨਾਂ ਦਾ ਰਿਹਾ ਹੀ ਨਹੀਂ, ਫਿਰ ਮਾਲਕਾਂ ਨੇ ਖਾਲੀ ਕਰਾ ਲਈਆਂ ਉਹਨਾਂ ਕੋਲ। ਫਿਰ ਉਹ ਚਲੇ ਗਏ ਬੰਦ ਕਰਕੇ, ਕੁਝ ਲੈ ਦੇ ਕੇ ਖਾਲੀ ਕਰਾ ਲਈ। ਕਸ਼ਮੀਰੀਆਂ ਦਾ ਬਾਜ਼ਾਰ ਤੁਹਾਨੂੰ ਤਸਵੀਰ ਦਿਖਾ ਰਹੇ ਆ। ਕਸ਼ਮੀਰੀ ਮਸਜਿਦ ਹੈ ਅੱਗੇ। ਅੱਛਾ, ਕਸ਼ਮੀਰੀ ਮਸਜਿਦ? ਹਾਂ, 10-12 ਦੁਕਾਨਾਂ ਛੱਡ ਕੇ। ਤਾਂ ਕਸ਼ਮੀਰੀ ਮਸਜਿਦ ਵੀ ਤੁਹਾਨੂੰ ਦਿਖਾਉਂਦੇ ਆ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ। ਤੁਸੀਂ ਦੇਖੋ ਕਿ ਇੱਥੇ ਜਿਹੜੀਆਂ ਪੁਰਾਣੀਆਂ ਦੁਕਾਨਾਂ ਨੇ ਉਹ ਕੁਝ ਅਲੱਗ ਤਰੀਕੇ ਦੀਆਂ ਨੇ। ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਲਗਾਤਾਰ। ਤਾਂ ਇੱਥੇ ਤੁਸੀਂ ਦੇਖੋ ਕਿ ਕੁਝ ਜਿਹੜੀ ਦੁਕਾਨਾਂ ਮਹਿਜ ਇੱਕਾ ਦੁੱਕਾ ਦੁਕਾਨਾਂ ਬਚੀਆਂ ਨੇ ਜਿੱਥੇ ਕਿ ਕਸ਼ਮੀਰ ਦੇ ਕਾਰੀਗਰ ਕੰਮ ਕਰਦੇ ਨੇ। ਤਾਂ ਤੁਸੀਂ ਵੇਖੋ ਕਿ ਬਕਾਇਦਾ ਤੌਰ ਤੇ ਇੱਕ ਮਸਜਿਦ ਵੀ ਹੈ। ਤਾਂ ਮਸਜਿਦ ਦੇ ਥੱਲੇ ਜਿਹੜੀ ਹੈ ਇੱਕ ਦੁਕਾਨ ਹੈ। ਤਾਂ ਇਹ ਕਸ਼ਮੀਰੀਆਂ ਦਾ ਬਾਜ਼ਾਰ ਜਿਹੜਾ ਹੈ ਵੱਜਦਾ ਸੀ। ਔਰ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਉੱਤੇ ਇਸ ਬਾਜ਼ਾਰ ਨੂੰ, ਭਾਜੀ ਕਿੱਥੇ ਹੈ ਮਸਜਿਦ ਅੱਗੇ? ਤੇ ਇਹ ਤਾਂ ਤੁਹਾਨੂੰ ਦਿਖਾਉਂਦੇ ਪੂਰਾ ਬਾਜ਼ਾਰ। ਇਹ ਦਰਅਸਲ ਪੂਰਾ ਬਾਜ਼ਾਰ ਜਿਹੜਾ ਹੈ ਇਹ ਇੱਕ ਵਿਰਾਸਤ ਦੇ ਨਾਲ ਜੁੜਿਆ ਹੈ। ਕਿਹਾ ਜਾਂਦਾ ਹੈ ਕਿ ਜਿਹੜੀ ਆਪਸੀ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਸੁਨੇਹਾ ਹੈ ਉਹ ਇੱਥੋਂ ਦਿੱਤਾ ਜਾਂਦਾ ਸੀ। ਤਾਂ ਇਹ ਜਿਹੜਾ ਬਾਜ਼ਾਰ ਕਸ਼ਮੀਰੀਆਂ ਦਾ ਬਾਜ਼ਾਰ ਵੱਜਿਆ। ਪਹਿਲੇ ਮੁਸਲਿਮ ਬਾਜ਼ਾਰ ਕਿਹਾ ਜਾਂਦਾ ਸੀ, ਲੇਕਿਨ ਮੁਸਲਿਮ ਬਾਜ਼ਾਰ ਤੋਂ ਬਾਅਦ ਸਮਾਂ ਬਦਲਿਆ ਤਾਂ ਹੁਣ ਇਹਨੂੰ ਕਸ਼ਮੀਰੀਆਂ ਵਾਲਾ ਬਾਜ਼ਾਰ ਕਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਜਿਸ ਤਰੀਕੇ ਦੇ ਨਾਲ ਗਿਰਾਵਟ ਆਈ, ਜਿਸ ਤਰੀਕੇ ਦੇ ਨਾਲ ਸਮਾਂ ਬਦਲਿਆ, ਪਰ ਅੱਜ ਇਹ ਬਾਜ਼ਾਰ ਦੀ ਰੂਪ ਨਵੀਂ ਹੈ। ਲੇਕਿਨ ਅੰਮ੍ਰਿਤਸਰ ਦੀ ਵਿਰਾਸਤ ਦੇ ਨਾਲ ਜੁੜਿਆ ਹੋਇਆ ਇਹ ਇੱਕ ਅਲੱਗ ਬਾਜ਼ਾਰ ਹੈ। ਤਾਂ ਕੁਝ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਦੇਖੋ ਕਿ ਸ਼ਹਿਨਾਜ਼ ਫੈਸ਼ਨ ਬੁਟੀਕ ਜਿਹੜਾ ਹੈ ਇਸ ਵੇਲੇ ਇੱਥੇ ਹੈ। ਤਾਂ ਤੁਹਾਨੂੰ ਫੇਰ ਦੱਸ ਰਹੇ ਹਾਂ ਕਿ ਇਹ ਇੱਕ ਪੰਜਾਬ ਦਾ ਅਗਰ ਕਹੀ ਜਾਵੇ ਤਾਂ ਸਭ ਤੋਂ ਵਿਰਾਸਤੀ ਬਾਜ਼ਾਰ ਮੰਨਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਇੱਥੇ ਇਸ ਨੂੰ ਸਿਰਕੀ ਬੰਦਾ ਬਾਜ਼ਾਰ ਕਿਹਾ ਜਾਂਦਾ ਸੀ। ਤਾਂ ਉਸ ਤੋਂ ਬਾਅਦ ਹੁਣ ਇਹ ਬਾਜ਼ਾਰ ਬਦਲ ਗਿਆ, ਕਸ਼ਮੀਰੀ ਖਿਲੌਣੇ ਵਾਲਾ ਬਾਜ਼ਾਰ ਕਿਹਾ ਜਾਂਦਾ ਹੈ। ਤਾਂ ਕੁਝ ਹੋਰ ਇੱਥੇ ਮੁਸਲਿਮ ਪਰਿਵਾਰ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ। ਨਾਲੇ ਮੌਲਾਨਾ ਸਾਹਿਬ ਵੀ ਨੇ। ਮੌਲਾਨਾ ਸਾਹਿਬ, ਕਿੰਨਾ ਕੁ ਇਹਦਾ ਇਤਿਹਾਸ ਹੈ ਤੇ ਕਿਵੇਂ ਇੱਥੇ ਮਤਲਬ ਇਸ इलाके 'ਚ मुस्लिम कारीगर बहुत ज़्यादा ने? देखो जी, ये जो बाज़ार है इसके अंदर जो है सन 47 से पहले का जो इतिहास है और ये भाईचारा का बहुत ही एक जो है माना हुआ जो है एरिया है। और सामने जो है
खैरुद्दीन जो है थे, उस ज़माने के सुनियारे थे। इधर इधर सामने। हाँ, ये सामने वाली जो बिल्डिंग है ये खैरुद्दीन की बिल्डिंग थी। और खैरुद्दीन साहब के जो है यहाँ पे जो है तबेला था, वो घोड़े रखने के शौकीन थे और उस ज़माने में वो सुनियारे थे। उसके सामने जो है वो 2 शोरूम थे सोने के। और ये मेरे पीछे ही एक मस्जिद है जो अब ये तब्दील कर दी गई है। और ये गली है जो है, इसमें एक मुस्लिम परिवार रहते थे और बाकी ये जो घर बने हुए हैं आसपास में, ये हमारे जो हिंदू भाईचारे के लोग हैं उनके घर हैं। और ये आप जो सामने देख रहे हैं, ये बिल्कुल आपको नज़र नहीं आ रही, ये मस्जिद थी। और हमारे जो नईम साहब हैं ड्राई क्लीन वाले, उन्होंने ये मस्जिद अपनी आंखों से देखी है। लेकिन जो है इसको जो है कुछ वजह से जो है वो उसको शहीद कर दिया गया और वक्फ बोर्ड की जो है कुछ कमियों की वजह से उसको घर बनवा दिया गया, दुकान बना दी गई। तो ये क्यों मुस्लिम विरासत से क्यों जुड़ा है ये बाजार साहब? मुस्लिम वजारत से इसलिए जुड़ा है कि सबसे जो है इस बाज़ार का जो है मेन फेमस जो लोग थे, एक तो खैरुद्दीन फेमस थे और दूसरा ये कि जिस मस्जिद में मैं मौलवी हूँ वो मस्जिद जो है मौला बख्श ने बनाई थी। और मौला बख्श का जो ये इतिहास है कि वो जो है सन 47 से पहले जब वहाँ जो महाराजा थे, वहाँ कुछ परेशानियाँ हुई लोगों को, तो वो जो है यहाँ पे जो है अमृतसर में आए और उन्होंने जो है मस्जिद के बगल में एक मकान है, वहाँ पे उन्होंने साबुन का कारखाना बनाया। और साबुन के कारखाने में ऊपर वाले ने उनको बड़ी तरक्की दी, तो उसके पास में बड़ी दूर दूर से व्यापारी लोग आते थे और उसने बगल में जो है नमाज के लिए एक कमरा बनाया। उसके बाद जब तादाद बढ़ती गई तो उन्होंने मस्जिद जो है बनाई, जिस मस्जिद का नाम मौला बख्श है। और उससे आगे गंगाराम का शिवाला है, वहाँ भी एक मस्जिद है। तो ये और ये कि इस बाज़ार में मस्जिद है। एक सामने जो है मौलाना सनाउल्लाह मरशरी बहुत बड़े जो है एक मुहद्दिस हुए हैं, उनकी मस्जिद है। और ये मतलब मुसलमानों का सबसे क्या पौष इलाका माना जाता था? ये मुसलमानों का जो है पौच इलाका जो है ये माना जाता था। और इसके अलावा जो है सामने जो है कटरा भाई संत सिंह है, यहाँ पे जो है ये आसे पासे जो भी था ये मुस्लिम एरिया था। जैसे गुजरा वाली गली है, शेखा वाली गली है और शक्ति नगर का जितना भी जो इलाका था ये जो है मुस्लिमों का था। और यहाँ बहुत मुस्लिम आबादी। और सबसे बड़ी बात ये थी कि आपस का जो प्रेम था वो बहुत ही अच्छा था, जो मुझे सुनने में आ रहा है। जी तो सर अब क्या स्थिति है? उसके बाद कुछ कश्मीरी भी आए, तो अब क्या स्थिति है? देखो यहाँ पे जो है ना कश्मीरी लोग जो है आए और वो कश्मीरी जो है बाज़ार सिरकी बंदा और खिलौना वाला बाज़ार में काफ़ी कश्मीरी हुआ करते थे, जिनका रफ़ोको वगैरह का काम था। और जो पहले जो है शॉल के ऊपर कढ़ाइयाँ निकलती थी उनका भी उनका काम था। लेकिन जो है अब वो जो कढ़ाई वाला दौर था, वो लोगों का जो शौक़ था वो अब कम हो गया, इसलिए वो दुकानें छोड़ के यहाँ से चले गए। नहीं, काफ़ी टाइम जो है मुसलमान इतने थे, यहाँ तक कि शिया मुसलमान इतने भी थे कि आज से जो है तकरीबन जो है 40 साल पहले वो जो मुहर्रम के वक्त में वो जल्लूस की शक्ल में एक बहुत बड़ा काफिला भी यहाँ से निकलता था। बिल्कुल, तो तुहानू दिखा रहे हैं इस वेले तस्वीर तुसी देख सकते हो। इस वेले ਜਿਹੜੀ ਹੈ ਇੱਥੇ ਤੁਸੀਂ ਦੇਖੋ ਕਿ ਮੁਸਲਮਾਨ ਪਰਿਵਾਰ ਰਹਿੰਦੇ ਨੇ, ਤਾਂ ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਇਹ ਸਾਰਾ ਇਲਾਕਾ ਕਿਹਾ ਜਾਂਦਾ ਹੈ ਕਿ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ। ਔਰ ਵੱਡੇ ਵੱਡੇ ਮੁਸਲਿਮ ਵਪਾਰੀ ਜਿਹੜੇ ਸੀ, ਜਿਹਦੇ ਵਿੱਚ ਕਿ ਉਸ 1947 ਤੋਂ ਪਹਿਲਾਂ ਦੇ ਜੁਐਲਰ ਕਹੀਏ ਜਾਂ ਵੱਡੇ ਵੱਡੇ ਬਿਜ਼ਨਸ ਦੇ ਜਿਹੜੇ ਵਪਾਰੀ ਸੀ ਉਹ ਇੱਥੇ ਰਹਿੰਦੇ ਸਨ। ਤਾਂ ਇਹ ਉਹਨਾਂ ਦੇ ਘਰ ਹੁੰਦੇ ਸਨ, ਜਿਹੜੇ ਕਿ ਹੁਣ ਬਦਲ ਦਿੱਤੇ ਗਏ ਆ, ਮਕਾਨ ਵਿਕ ਚੁੱਕੇ ਨੇ, ਕਿਸੇ ਹੋਰ ਵਿਅਕਤੀ ਨੇ ਇਸ ਨੂੰ ਖਰੀਦ ਲਿੱਤਾ ਹੈ। ਤਾਂ ਇਹ ਸਾਰਾ ਬਾਜ਼ਾਰ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਵਿਰਾਸਤ ਰੱਖਦਾ ਹੈ। ਤੁਸੀਂ ਦੇਖੋ ਕਿ ਇਹ ਜਿਹੜੀ ਆਰਕੀਟੈਕਟ ਵੀ ਹੈ ਇਸ ਘਰ ਦਾ, जिस तरीके के नाल तैयार किया गया है, तो ये जो खैरुद्दीन का मकान था, ये खैरुद्दीन का मकान था। तो जैसे ये बना हुआ है, ये पुराने समय का ही बना हुआ? हाँ, ये खैरुद्दीन ने बनाया था। लेकिन जो है बाद में जब सन 47 के हालात ख़राब हुए तो खैरुद्दीन यहाँ से जो है वो लाहौर चले गए। उनकी फैमिली आज भी वहाँ पर, उनके परिवार मौजूद है और वो इसी तरीके से मकान है। इसमें एक सुनियारा फैमिली आई, उसके बाद भी आज भी जो है हमारी एक सुनियारा डिज़ाइन है, ये डिज़ाइन वो सब खैरुद्दीन के किए हुए हैं। इस मकान की डिज़ाइनिंग उसी ने की है सर। तो बिल्कुल तुम देखो कि किस तरीके नाल एक डिज़ाइन ਇੱਥੇ ਤੁਹਾਨੂੰ ਦੇਖਣ ਨੂੰ ਆਪਣੇ ਕੈਮਰੇ ਦੇ ਵਿੱਚ ਮਿਲ ਰਿਹਾ ਹੋਏਗਾ ਕਿ ਕਿਉਂਕਿ ਉਹ ਇੱਕ ਬਹੁਤ ਵੱਡੇ ਇੱਕ ਸੋਨੇ ਦਾ ਕੰਮ ਕਾਰੋਬਾਰੀ ਸੀ। ਤਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਪੂਰੇ ਮਕਾਨ ਦੀ ਵਿਰਾਸਤ ਜਿਹੜੀ ਹੈ ਬਣਾਈ ਗਈ ਹੈ। ਤਾਂ ਫਿਲਹਾਲ ਸਮਾਂ ਬਦਲਿਆ, ਹਾਲਾਤ ਬਦਲੇ, 47 ਆ ਗਈ, ਦੋਵੇਂ ਦੇਸ਼ਾਂ ਦੇ ਵਿੱਚ ਦੋ ਦੇਸ਼ ਬਣ ਗਏ। ਪਹਿਲਾਂ ਤਾਂ ਇੱਕ ਦੇਸ਼ ਸੀ, ਉਸ ਤਾਂ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਦਰਾਰ ਪੈ ਗਈ, ਭਾਰਤ ਪਾਕਿਸਤਾਨ ਹੋ ਗਿਆ। ਲੇਕਿਨ ਪਾਕਿਸਤਾਨ ਦੀਆਂ ਯਾਦਾਂ ਅੱਜ ਵੀ ਇਹਨਾਂ ਘਰਾਂ 'ਚ ਨੇ। ਇਹਨਾਂ ਘਰਾਂ ਦੇ ਵਿੱਚ ਅੱਜ ਵੀ ਜਿਹੜੇ ਉੱਥੇ ਲੋਕ ਰਹਿੰਦੇ ਨੇ, ਆਉਂਦੇ ਨੇ। ਤਾਂ ਤੁਸੀਂ ਦੇਖੋ ਕਿ ਇਹ ਪੂਰੀ ਬਾਜ਼ਾਰ ਜਿਹੜਾ ਹੈ, ਇਸ ਪੂਰੇ ਬਾਜ਼ਾਰ ਨੂੰ ਮੁਸਲਿਮ ਬਾਜ਼ਾਰ ਦੇ ਨਾਮ 'ਤੇ ਵੀ ਕਿਸੇ ਸਮੇਂ 'ਤੇ ਜਾਣਿਆ ਜਾਂਦਾ ਸੀ। ਤਾਂ ਇਹ ਵੀ ਘਰ ਇੱਥੇ ਇੱਕ ਬਹੁਤ ਵੱਡਾ ਤਬੇਲਾ ਸੀ। ਤਾਂ ਫਿਲਹਾਲ ਇਹ ਇੱਕ ਵਿਰਾਸਤ ਜਿਹੜੀ ਹੈ
ਅੰਮ੍ਰਿਤਸਰ ਦੀ ਹੈ ਤਾਂ ਉਸ ਦੀ ਤਸਵੀਰ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ, ਤੁਹਾਨੂੰ ਮਸਜਿਦ ਵੀ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਕੰਮ ਹੁੰਦਾ ਸੀ। ਤਾਂ ਅੰਮ੍ਰਿਤਸਰ ਦੇ ਵਿਰਾਸਤ ਦੇ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਮੁਸਲਮਾਨ ਸੀ ਉਸ ਤੋਂ ਬਾਅਦ ਕਸ਼ਮੀਰੀ ਆਏ, ਲੇਕਿਨ ਸਮਾਂ ਬਦਲਿਆ। ਸਮਾਂ ਬਦਲਣ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਇਹ ਵਿਰਾਸਤ ਇੱਕ ਇਤਿਹਾਸ ਬਣ ਰਿਹਾ ਹੈ, ਕਿਉਂਕਿ ਇੱਕ ਸਮਾਂ ਕਿਹਾ ਜਾਂਦਾ ਸੀ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੋਂ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਕਸ਼ਮੀਰੀ ਕਾਰੀਗਰ ਆਏ। ਕਿਹਾ ਜਾਂਦਾ ਹੈ ਕਿ 500 ਤੋਂ ਵੱਧ ਕਸ਼ਮੀਰੀ ਕਾਰੀਗਰ ਇੱਥੇ ਰਹਿੰਦਾ ਸੀ, ਲੇਕਿਨ ਜਿਸ ਤਰੀਕੇ ਦੇ ਨਾਲ ਕੰਮਕਾਰ ਦੀ ਮਾਰ ਚੱਲੀ, ਜਿਸ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਡਿਵੈਲਪਮੈਂਟ ਹੋਈ, ਤਾਂ ਉਸ ਤੋਂ ਬਾਅਦ ਇਹ ਸਭ ਲੋਕ ਇੱਥੋਂ ਚਲੇ ਗਏ। ਤਾਂ ਹੁਣ ਇਹ ਇੱਥੇ ਇੱਕਾ ਦੁੱਕਾ ਪਰਿਵਾਰ ਹੀ ਰਹਿ ਗਏ ਨੇ ਜਿਹੜੇ ਇਸ ਵਿਰਾਸਤ ਨੂੰ ਸਾਂਭੇ ਬੈਠੇ ਨੇ, ਤਾਂ ਬਾਕੀ ਸਾਰੇ ਇੱਥੋਂ ਸ਼ਿਫਟ ਹੋ ਚੁੱਕੇ ਨੇ। ਤਾਂ ਅੰਮ੍ਰਿਤਸਰ ਦੀ ਇੱਕ ਅਹਿਮ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੈਮਰਾਮੈਨ ਅਜੇ ਦੇ ਨਾਲ ਸਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।